ਸਤਿ ਸ਼੍ਰੀ ਅਕਾਲ ਜੀ। ਮੈਂ ਆ ਮਲਕੀਤ ਰੌਣੀ। ਤੁਸੀਂ ਦੇਖ ਰਹੇ ਹੋ ਨਜਿਫਤਾ ਟੀਵੀ ਤੇ ਤੁਹਾਡੇ ਨਾਲ ਮੁਲਾਕਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਜਿਹੜੀਆਂ ਸਾਡੇ ਸਿਨੇਮਾ ਦੀਆਂ ਮਹਿਨਾਜ਼ ਹਸਤੀਆਂ ਨੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਸੋ ਖਾਸ ਕਰਕੇ ਸਾਡੀ ਨਜਿਫਤਾ ਜਿਹੜੀ ਐਸੋਸੀਏਸ਼ਨ ਹੈ, ਇਹਦੇ ਜਿਹੜੇ ਸਰਪ੍ਰਸਤ ਲੋਕ ਨੇ, ਜਿਹੜੇ ਦੇ ਬਾਨੀ ਲੋਕ ਨੇ, ਸਭ ਤੋਂ ਪਹਿਲਾਂ ਉਹਨਾਂ ਦੀ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਸੋ ਆਪਣੇ ਸਮਿਆਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਹੀਰੋ, ਪੰਜਾਬੀ ਫਿਲਮਾਂ ਦੇ ਡਾਇਰੈਕਟਰ ਤੇ ਹੁਣ ਤੱਕ 81 ਤੋਂ ਲੈ ਕੇ 1981 'ਚ ਆਪਣਾ ਫਿਲਮੀ ਕੈਰੀਅਰ ਸ਼ੁਰੂ ਕਰਨ ਤੋਂ ਬਾਅਦ ਅੱਜ ਤੱਕ ਵੀ ਉਹ ਲਗਾਤਾਰ ਫਿਲਮਾਂ ਦੇ ਵਿੱਚ ਪੂਰੀ ਤਰ੍ਹਾਂ ਮਸ਼ਰੂਫ ਨੇ। ਸਿਨੇਮੇ ਨੂੰ, ਮਾਂ ਬੋਲੀ ਨੂੰ ਚੰਗੇ ਚੰਗੇ ਕਿਰਦਾਰਾਂ ਦੇ ਰਾਹੀਂ ਆਪਣੀ ਪਛਾਣ ਕਰਵਾ ਰਹੇ ਨੇ। ਇੱਕ ਪੰਜਾਬੀਅਤ ਦੀ ਜਿਹੜੀ ਪਛਾਣ ਹੈ ਉਹਨਾਂ ਦੇ ਰਾਹੀਂ ਕੀਤੀ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਮੇਰੀ ਮੁਰਾਦ ਹੈ ਸ਼ਿਵਿੰਦਰ ਮਾਹਲ ਜੀ ਤੋਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਬਾਰੇ ਗੱਲਾਂ ਬਾਤਾਂ। ਸਤਿ ਸ਼੍ਰੀ ਅਕਾਲ ਮਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਮਾਲ ਸਾਹਿਬ, ਤੁਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਕੈਰੀਅਰ ਹੈ ਫਿਲਮਾਂ ਦੇ ਵਿੱਚ ਸਨ 81 ਦੇ ਵਿੱਚ ਬਣੀ ਫਿਲਮ ਪਟਵਾਰੀ ਤੋਂ ਸ਼ੁਰੂ ਕੀਤਾ, ਜਿਹਦੇ ਤੁਸੀਂ ਹੀਰੋ ਸੀ ਫਿਲਮ ਦੇ ਜੀ। ਸੋ ਅੱਜ ਦਾ ਜਿਹੜਾ ਜ਼ਮਾਨਾ ਹੈ, ਅੱਜ ਦਾ ਜਿਹੜਾ ਸਿਨੇਮਾ ਹੈ, ਤੇ ਉਦੋਂ ਦੇ ਸਿਨੇਮੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਹੈ? ਮੈਂ ਤੇ ਇਹੀ ਕਹਾਂਗਾ ਕਿ ਜ਼ਮੀਨ ਆਸਮਾਨ ਦਾ ਫਰਕ ਸੀਗਾ ਜੀ। ਉਦੋਂ 3.5 ਲੱਖ ਦੇ ਵਿੱਚ ਫਿਲਮ ਬਣ ਜਾਂਦੀ ਸੀ ਤੇ ਅੱਜ ਤੁਸੀਂ ਦੇਖ ਲਓ ਵੀ ਕਰੋੜਾਂ ਵਿੱਚ ਬਣ ਰਹੀ ਹੈ। ਨਹੀਂ, ਇਹ ਤਾਂ ਗੱਲ ਹੋ ਗਈ ਪੈਸਿਆਂ ਦੀ, ਤੇ ਦੂਜੀ ਗੱਲ ਹੈ ਕੁਆਲਿਟੀ ਵਾਈਜ਼ ਤੁਹਾਨੂੰ ਕੀ ਲੱਗਦਾ ਹੈ? ਹਾਂ, ਉਦੋਂ 16 mm 'ਚ ਬਣਦੀ ਸੀ ਫਿਲਮ, ਔਰ ਕਈ ਵਾਰ ਜੇ 35 'ਚ ਸੀ ਤਾਂ ਔਰੋ ਕਲਰ ਸੀਗਾ। ਉਹ ਬਹੁਤ ਹੀ, ਉਹ ਵੀ ਜਿਹੜੇ ਨੇ ਪੈਸੇ ਥੋੜ੍ਹੇ ਖਰਚ ਕਰਨੇ ਹੁੰਦੇ ਸੀ ਉਹ ਹੀ ਬਣਾਉਂਦੇ ਸੀ। ਔਰੋ ਕਲਰ ਸੀਗਾ, ਥੋੜ੍ਹਾ ਯੈਲੋਸ਼ ਦੇ ਵਿੱਚ ਆਉਂਦਾ ਹੁੰਦਾ ਸੀ ਤੇ ਟੈਕਨੀਕਲੀ ਬਹੁਤ ਵੀਕ ਸੀ ਤੇ ਡਾਇਰੈਕਟਰ ਵੀ, ਕੈਮਰਾਮੈਨ ਵੀ ਤੇ ਆਰਟਿਸਟ ਵੀ ਮੋਸਟਲੀ ਬੰਬੇ ਤੋਂ ਆਉਂਦੇ ਸੀਗੇ। ਵਕਤ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਬਦਲਦੀਆਂ ਚਲੀਆਂ ਗਈਆਂ, ਔਰ ਇਹ ਜੇ ਮੈਂ ਕਹਾਂ ਤੇ ਇਹਦੇ ਵਿੱਚ ਮਨਮੋਹਨ ਸਿੰਘ ਜੀ ਦਾ ਵੀ ਬਹੁਤ ਵੱਡਾ ਹੱਥ ਹੈ। ਉਹਨਾਂ ਨੂੰ ਮੇਰੇ ਮੋਸਟਲੀ ਜਿੰਨੇ ਇੰਟਰਵਿਊਜ਼ ਵਗੈਰਾ ਮੈਂ ਦਿੱਤੇ, ਉਹਨਾਂ ਦੇ ਵਿੱਚ ਮੈਂ ਉਹਨਾਂ ਨੂੰ ਪੰਜਾਬੀ ਫਿਲਮਾਂ ਦਾ ਹਨੂਮਾਨ ਕਹਿੰਦਾ ਕਿ ਸੰਜੀਵਨੀ ਬੂਟੀ ਦੇ ਕੇ ਉਹਨਾਂ ਨੇ ਇੱਕ ਕਿਸਮ ਦਾ ਪੰਜਾਬੀ ਸਿਨੇਮੇ ਨੂੰ ਜਿਉਂਦਾ ਜਾ ਰੱਖਿਆ ਤੇ ਅੱਜ ਅਗਰ ਹੈ ਤੇ ਉਹਨਾਂ ਦਾ ਬਹੁਤ ਬੜਾ ਯੋਗਦਾਨ ਹੈ, ਮਨਮੋਹਨ ਸਿੰਘ ਜੀ ਦਾ। ਮਾਨ ਸਾਹਿਬ, ਕਰੋਨਾ ਵਰਗੀ ਮਹਾਮਾਰੀ ਸਾਡੇ ਮੁਲਕ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ ਫੈਲੀ ਹੋਈ ਸੀ, ਜਿਹਨੇ ਪੂਰੇ ਵਰਲਡ ਨੂੰ ਆਪਣੀ ਚਪੇਟ 'ਚ ਲਿਆ। ਸੋ ਤੁਹਾਨੂੰ ਕੀ ਲੱਗਦਾ ਕਿ ਸਿਨੇਮੇ ਉੱਤੇ ਕਰੋਨਾ ਦਾ ਕਿੰਨਾ ਕੁ ਪ੍ਰਭਾਵ ਰਿਹਾ? ਵੈਸੇ ਤਾਂ ਹਰ ਚੀਜ਼ ਦੇ ਉੱਤੇ ਪ੍ਰਭਾਵ ਪਿਆ, ਸਿਨੇਮੇ 'ਤੇ ਵੀ ਪਿਆ ਤੇ ਇੱਕ ਕਿਸਮ ਦੇ ਅਸੀਂ ਸਾਰੇ ਵਿਹਲੇ ਕਰ ਦਿੱਤੇ। ਸਿਨੇਮੇ ਘਰ ਬੰਦ ਹੋ ਗਏ, ਸ਼ੂਟਿੰਗਾਂ ਬੰਦ ਹੋ ਗਈਆਂ ਤੇ ਜਿਹਨੂੰ ਕਹਿੰਦੇ ਆ ਵੀ ਲੋਕੇਸ਼ਨਸ ਬੰਦ ਹੋ ਗਈਆਂ, ਮਾਲ ਬੰਦ ਹੋ ਗਏ, ਚਾਰੇ ਪਾਸੇ ਹਫਰਾ ਦਫਰੀ ਮਚ ਗਈ। ਤੇ ਦੇਖੋ ਕਿ ਜਿਹਨੂੰ ਕਹਿੰਦੇ ਆ ਵੀ ਪੂਰਾ ਸਿਸਟਮ ਹੀ ਚੇਂਜ ਹੋ ਗਿਆ, ਪੂਰੇ ਹਾਲਾਤ ਇਸ ਕਦਰ ਹੋ ਗਏ ਔਰ ਬੰਦਾ ਬੰਦੇ ਤੋਂ ਡਰਨ ਲੱਗ ਪਿਆ, ਮਾਸਕ ਲਗਾਉਣੇ ਸ਼ੁਰੂ ਕਰ ਦਿੱਤੇ। ਮਾਨ ਸਾਹਿਬ, ਆਪਣੀ ਇੱਕ ਸੰਸਥਾ ਹੈ ਜਿਹਦੇ ਅਸੀਂ ਚੈਨਲ ਤੇ ਅੱਜ ਗੱਲਬਾਤ ਕਰ ਰਹੇ ਹਾਂ, ਨਜਿਫਤਾ ਤੇ, ਜੀ। ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ। ਸੋ ਤੁਸੀਂ ਇਸ ਸੰਸਥਾ ਨੂੰ ਬਣਾਉਣ ਵਾਲੇ ਜਿਹੜੇ ਬਾਨੀ ਆ ਉਹਨਾਂ ਵਿੱਚੋਂ ਇੱਕ ਹੋ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਸੰਸਥਾਵਾਂ ਦੀ ਸਾਡੇ ਸਿਨੇਮੇ ਨੂੰ ਕਿੰਨੀ ਕੁ ਲੋੜ ਸੀ? ਬਹੁਤ ਜ਼ਿਆਦਾ ਸੀ। ਜਦੋਂ ਅਸੀਂ ਬੰਬੇ ਸੀਗੇ, ਸਿੰਟਾ ਦੇ ਮੈਂਬਰ ਸੀਗੇ ਅਸੀਂ, ਉੱਥੋਂ ਆ ਕੇ ਜਦੋਂ ਇੱਥੇ ਸੋਚਿਆ, ਅਸੀਂ ਕੁਛ ਇੱਕ ਬੰਦੇ ਇਕੱਠੇ ਹੋਏ ਕਿ ਵੀ ਇੱਥੇ ਐਸੋਸੀਏਸ਼ਨ ਬਣਨੀ ਚਾਹੀਦੀ ਜਿਹਦੇ ਨਾਲ ਕਲਾਕਾਰਾਂ ਵਾਸਤੇ ਵੀ ਅਸੀਂ ਕੁਝ ਕਰ ਸਕੀਏ। ਤੇ ਮੈਂ ਇਹੀ ਕਹਾਂਗਾ ਕਿ ਜੋ ਸਾਡਾ ਸੁਪਨਾ ਸੀਗਾ ਤੇ ਅੱਜ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ। ਠੀਕ ਹੈ ਜੀ। ਤੇ ਜਦੋਂ ਤੁਸੀਂ ਇਸ ਸੰਸਥਾ ਨੂੰ ਹੁਣ ਵੱਧਦੀ ਫੁੱਲਦੀ ਦੇਖਦੇ ਹੋ, ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਬਹੁਤ ਸਹੀ ਟਾਈਮ ਤੇ ਸਹੀ ਫੈਸਲਾ ਲਿਆ? ਬਹੁਤ ਬਹੁਤ ਵਾਕਈ ਸਹੀ ਟਾਈਮ ਤੇ ਫੈਸਲਾ ਲਿਆ ਔਰ ਨੇਚਰ ਨੇ ਸਾਡਾ ਸਾਥ ਦਿੱਤਾ ਹੈ। ਸਾਡੇ ਨਾਲ ਜਿਹੜੇ ਹੋਰ ਜੁੜੇ ਕਲਾਕਾਰ, ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਤੇ ਫਿਰ ਕਹਾਵਤ ਹੈ ਕਿ ਜਿਹੀ ਜੀ ਨੀਅਤ ਉਹੀ ਜੀ ਮੁਰਾਦ। ਸਾਰੇ ਇਕੱਠੇ ਹੋ ਕੇ ਅੱਜ ਜੁੜੇ ਹੋਏ ਹੈ ਤੇ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਹੱਦ ਤੱਕ ਅਸੀਂ ਇਹਦੀ ਸੇਵਾ ਕਰ ਸਕਦੇ ਹਾਂ। ਮਾਲ ਸਾਹਿਬ, ਅੱਜ ਦਾ ਸਮਾਂ ਜਿਹੜਾ ਹੈ ਕਿ ਕਿਸਾਨ ਅੱਜ ਸੜਕਾਂ ਦੇ ਉੱਤੇ ਜਿਹੜੇ ਆਰਡੀਨੈਂਸ ਬਿੱਲ ਆਏ ਸੀ, ਹੋ ਗਏ ਕਾਲੇ ਕਾਨੂੰਨ ਬਣ ਕੇ ਰਾਸ਼ਟਰਪਤੀ ਨੇ ਲਾਗੂ ਕਰਤੇ, ਵੀ ਇਹ ਕਾਲੇ ਕਾਨੂੰਨ ਬਣਾਤੇ ਸਾਈਨ ਕਰਕੇ। ਕਿਸਾਨ ਸੜਕਾਂ ਤੇ ਬੈਠਾ ਸਾਡਾ ਅੰਨਦਾਤਾ, ਉਹਨਾਂ ਬਾਰੇ ਆਪਣੀ ਸੰਸਥਾ ਨੇ ਵੀ ਉਹਨਾਂ ਦੀ ਸਪੋਰਟ ਕੀਤੀ ਹੈ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ?
ਦੇਖੋ ਕਿ ਹਿੰਦੁਸਤਾਨ ਦੇ ਵਿੱਚ ਨਹੀਂ, ਪੂਰੇ ਵਰਲਡ ਵਾਈਡ ਦੇ ਵਿੱਚ ਇਹ ਜਿਹੜੇ ਕਰੋਨਾ ਦਾ ਬੁਰਾ ਹਾਲ ਕਰ ਦਿੱਤਾ ਸੀ ਇਨਸਾਨੀਅਤ ਦਾ, ਇਨਸਾਨ ਦਾ, ਉਹਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੀਆਂ ਇਹੋ ਜਿਹੀਆਂ ਗੂੰਗੀਆਂ ਬਹਿਰੀਆਂ ਸਰਕਾਰਾਂ ਨੇ ਇਹੋ ਜਿਹੇ ਕਾਨੂੰਨ ਲਾਗੂ ਕਰ ਦਿੱਤੇ, ਔਰ ਉਹ ਵੀ ਕਿਹਦੇ ਤੇ? ਅੰਨਦਾਤੇ ਤੇ, ਜਿਹੜਾ ਕਿਸ ਤਰ੍ਹਾਂ ਕਰਕੇ ਧਰਤੀ ਨੂੰ ਉਪਜਾਊ ਕਰਦਾ ਹੈ, ਧਰਤੀ ਦੇ ਵਿੱਚ ਹਲ ਚਲਾਉਂਦਾ ਹੈ, ਉਹਦੇ 'ਚ ਅੰਨ ਪੈਦਾ ਕਰਦਾ ਹੈ, ਔਰ ਉਹੀ ਅੰਨ ਤੁਹਾਡੇ ਸਾਰਿਆਂ ਦੇ ਮੂੰਹ ਦੇ ਵਿੱਚ ਜਾਂਦਾ ਹੈ, ਪਬਲਿਕ ਦੇ ਮੂੰਹ 'ਤੇ ਜਾਂਦਾ ਹੈ। ਜੇ ਇੱਕ ਦਿਨ ਇਹ ਕਿਸਾਨ ਜਵਾਬ ਦੇ ਦੇਵੇ ਵੀ ਮੈਂ ਤਾਂ ਨਹੀਂ ਅੰਨ ਪੈਦਾ ਕਰਦਾ, ਮੈਂ ਨਹੀਂ ਮਾਰਕੀਟ ਦੇ ਵਿੱਚ ਲਿਆਂਦਾ, ਖਾਸ ਕਰਕੇ ਉਹ ਮਾਰਕੀਟ ਜਿਹੜੀ ਇਸ ਟਾਈਮ ਮੋਦੀ ਸਰਕਾਰ ਨੇ ਇਹ ਕੋਆਪਰੇਟਿਵ ਜਿਹੜੇ ਹੈਗੇ ਨੇ ਉਹਨਾਂ ਨੂੰ, ਉਹਨਾਂ ਸੰਸਥਾਵਾਂ ਨੂੰ ਜਿਹੜੇ ਦੇ ਦਿੱਤੀਆਂ ਨੇ, ਦੇ ਰਹੇ ਨੇ, ਤੇ ਫਿਰ ਕੀ ਹੋਏਗਾ? ਕਿਸਾਨ ਕਿੱਥੇ ਜਾਏਗਾ? ਕਿਸਾਨ ਅੱਜ ਸੜਕਾਂ ਤੇ ਹੈ, ਬੁਰੀ ਹਾਲਤ ਹੈ। ਜਿੱਥੇ ਉਹਨੂੰ ਹੈ ਅੱਜ ਕੱਲ੍ਹ ਆਪਣੀ ਫਸਲ ਚੱਕਣੀ ਹੈ, ਉੱਥੇ ਉਹ ਸੜਕਾਂ ਤੇ ਬੈਠਾ ਹੋਇਆ। ਕੀ ਹਾਲ ਹੋਏਗਾ ਕੀ ਨਹੀਂ ਹੋਏਗਾ ਇਹ ਤੇ ਵਕਤ ਹੀ ਦੱਸੇਗਾ। ਬਸ ਇਹ ਹੈ ਕਿ ਅੰਨ ਅਗਰ ਪੈਦਾ ਨਹੀਂ ਹੋਏਗਾ, ਅੰਨ ਨਹੀਂ ਖਾਣਾ, ਵੈਸੇ ਰੋਟੀ ਦੀ ਜਗ੍ਹਾ ਕੋਈ ਨੋਟ ਕਿਸੇ ਨੇ ਨਹੀਂ ਚੱਬੇ, ਜਾਂ ਕਿਸੇ ਨੇ, ਜਿਹੜਾ ਕਿੰਨਾ ਹੀ ਅਮੀਰ ਆਦਮੀ ਹੈ ਉਹ ਬਿਸਕਟ ਨਹੀਂ ਖਾਂਦਾ, ਸੋਨੇ ਦੇ ਬਿਸਕਟ ਨਹੀਂ ਖਾਂਦਾ, ਉਹ ਨਾ ਉਹ ਨੋਟ ਚੱਬਦਾ, ਉਹਨੂੰ ਰੋਟੀਆਂ ਹੀ ਖਾਣੀਆਂ, ਦਾਲ ਰੋਟੀ ਦੇ ਨਾਲ ਹੀ ਉਹਦਾ ਢਿੱਡ ਭਰਨਾ, ਉਸ ਤੋਂ ਬਿਨਾਂ ਉਹਦਾ ਕੋਈ ਗੁਜ਼ਾਰਾ ਨਹੀਂ ਹੈ, ਜਿੰਨਾ ਮਰਜ਼ੀ ਉਹ ਅਮੀਰ ਹੋ ਜਾਵੇ। ਇਹ ਸਾਡੀਆਂ ਸੰਸਥਾਵਾਂ ਬਣਦੀਆਂ ਮਾਲ ਸਾਹਿਬ, ਹਰ ਸੰਸਥਾ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਵਰਕਰ ਦਾ ਖਿਆਲ ਰੱਖੇ। ਕਰੋਨਾ ਵਰਗੀ ਮਹਾਮਾਰੀ ਦੇ ਵਿੱਚ ਜਿੱਥੇ ਤੁਹਾਡੀ ਸੰਸਥਾ ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਆਪਣੇ ਡੇਲੀ ਵੇਜ ਵਰਕਰਾਂ ਨੂੰ ਸਮਾਨ ਵੰਡਦੀ ਰਹੀ, ਰਾਸ਼ਨ ਵੰਡਦੀ ਰਹੀ, ਦਵਾਈਆਂ ਵੰਡਦੀ ਰਹੀ ਹੈ, ਸੋ ਉਹਦੀ ਜਿਹੜੀ ਕਹੀ ਜੀ ਕਾਰਜਕਾਰੀ ਰਹੀ ਹੈ ਉਸ ਕਾਲ ਦੇ ਦੌਰਾਨ, ਕਰੋਨਾ ਕਾਲ ਦੇ ਦੌਰਾਨ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਨੂੰ ਮਾਣ ਹੈ ਆਪਣੀ ਨਜਿਫਟਾ ਇਸ ਸੰਸਥਾ ਦੇ ਉੱਪਰ। ਉਸ ਹਾਲ ਦੇ ਵਿੱਚ, ਔਰ ਜਦੋਂ ਮੈਂ ਤਾਂ ਇਹ ਕਹਾਂਗਾ ਕਿ ਪਹਿਲ ਇਹਨਾਂ ਨੇ ਕੀਤੀ, ਦੇਖਾ ਦੇਖੀ ਤਾਂ ਬਾਅਦ ਦੇ ਵਿੱਚ ਬਥੇਰੇ ਲੋਕ ਸ਼ੁਰੂ ਹੋ ਗਏ, ਲੇਕਿਨ ਇਹਨਾਂ ਨੇ, ਸਾਡੀ ਸੰਸਥਾ ਦੇ ਜਿੰਨੇ ਵਰਕਰ ਸੀਗੇ, ਉਹਨਾਂ ਨੇ ਖੁਦ ਜਾ ਕੇ ਜਿਹੜੇ ਸਾਡੇ ਪਹਿਲਾਂ ਤਾਂ ਆਪਣੇ ਜਿਹੜਾ ਡਿਮਾਂਡ ਸੀ, ਜਿਨ੍ਹਾਂ ਨੂੰ ਜ਼ਰੂਰਤਾਂ ਸੀਗੀਆਂ, ਖਾਸ ਕਰਕੇ ਸਾਡੇ ਆਰਟਿਸਟ, ਸਾਡੀ ਜਿੰਨੇ ਟੈਕਨੀਕਲ ਵਰਕਰ ਸੀਗੇ, ਜਿਵੇਂ ਸਪੋਰਟ ਬॉय ਹੋਏ, ਟੈਕਨੀਸ਼ੀਅਨ ਸੀਗੇ, ਜਿੰਨੇ ਵੀ ਲਾਈਟਮੈਨ ਹੋਏ ਜਾਂ ਹੋਰ ਜ਼ਰੂਰਤਮੰਦ ਸੀਗੇ, ਸਾਰਿਆਂ ਨੂੰ ਉਹਨਾਂ ਨੇ ਦੇਖ ਕੇ ਅੰਨ ਦਾ ਜਿੰਨਾ ਵੀ ਉਹਨਾਂ ਨੂੰ ਹੈਲਪ ਕਰ ਸਕਦੇ ਸੀ ਉਹਨਾਂ ਨੂੰ ਕੀਤੀ। ਤੇ ਮੇਰਾ ਤਾਂ ਖਿਆਲ ਹੈ ਕਿ ਉਹ ਤੋਂ ਬਾਅਦ ਫਿਰ ਦੇਖਾ ਦੇਖੀ ਹੋਰਾਂ ਨੇ ਵੀ ਸ਼ੁਰੂ ਕੀਤਾ, ਬੜੀ ਚੰਗੀ ਗੱਲ ਹੈ। ਤੇ ਇਹ ਆਪਣੇ ਵਰਕਰਸ ਵਾਸਤੇ ਇਹ ਸੰਸਥਾ ਜਿਸ ਤਰ੍ਹਾਂ ਹੁਣ ਵੀ ਕੰਮ ਕਰਦੀ ਹੈ, ਅੱਗੇ ਵੀ ਕਰੇਗੀ, ਔਰ ਮੇਰਾ ਖਿਆਲ ਹੈ ਇਹ ਚੰਗੀ ਗੱਲ ਹੈ ਔਰ ਹੋਣਾ ਚਾਹੀਦਾ ਹੈ। ਉਹ ਤਾਂ ਬੰਬੇ ਵਾਲਿਆਂ ਨੇ ਵੀ ਸਾਨੂੰ ਦੇਖ ਕੇ ਸ਼ੁਰੂ ਕੀਤਾ ਸਾਰੇ। ਹਾਂ, ਨੈਚੁਰਲੀ ਬੰਬੇ ਵਾਲਿਆਂ ਨੇ ਵੀ ਦੇਖ ਕੇ ਕੀਤਾ ਕਿ ਇਹ ਸਾਤੋਂ, ਇਹ ਤਾਂ ਮੱਲ ਮਾਰੀ ਬੈਠੇ ਆ, ਸੋ ਉਹਨਾਂ ਨੇ ਵੀ ਸ਼ੁਰੂ ਕੀਤਾ, ਚੰਗੀ ਗੱਲ ਹੈ। ਕਿਉਂਕਿ ਜੇ ਨਕਲ ਕੋਈ ਕਰੇ, ਚੰਗੀ ਚੀਜ਼ ਦੀ ਨਕਲ ਕੋਈ ਦੂਸਰਾ ਵੀ ਕਰਦਾ ਹੈ ਤੇ ਖੁਸ਼ੀ ਹੁੰਦੀ ਹੈ। ਮਾਨ ਸਾਹਿਬ, ਅਕਸਰ ਲੋਕ ਇਹ ਕਹਿ ਦਿੰਦੇ ਆ ਵੀ ਜਿਹੜਾ ਕਲਾਕਾਰ ਭਾਈਚਾਰਾ ਹੁੰਦਾ ਹੈ ਵੀ ਉਹ ਛੇਤੀ ਉਹਨਾਂ ਦੇ ਵਿਚਾਰ ਆਪਸ 'ਚ ਨਹੀਂ ਮਿਲਦੇ, ਉਹ ਇਕੱਠੇ ਨਹੀਂ ਹੁੰਦੇ, ਪਰ ਸੰਸਥਾ ਦੇ ਦੌਰਾਨ ਇੱਕ ਗੱਲ ਜਿਹੜੀ ਦੇਖਣ 'ਚ ਆਈ ਕਿ ਜਿਹੜੀ ਸੰਸਥਾ ਦੀ ਪਹਿਲੀ ਕਮੇਟੀ ਬਣੀ 2018 ਦੇ ਵਿੱਚ, ਜਿਹਦੇ ਵਿੱਚ ਸਾਰੇ ਲੋਕ ਮਿਲ ਕੇ ਆਏ, ਗੁੱਗੂ ਗਿੱਲ ਹੋਰੀ ਆਏ, ਘੁੱਗੀ ਭਾਜੀ ਆਏ, ਜਾਂ ਹੋਰ ਸਾਰੇ ਵੱਡੇ ਜਿਹੜੇ ਆਰਟਿਸਟ ਸੀ ਉਹ ਸਾਰੇ ਆਏ, ਉਹ ਸਰਬਸੰਮਤੀ ਦੇ ਨਾਲ ਚੋਣ ਹੋਈ, ਉਹਦੇ 'ਤੇ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਲੋਕਾਂ ਦੀ ਗੱਲ ਇਹ ਗਲਤ ਨਹੀਂ ਲੱਗਦੀ ਤੁਹਾਨੂੰ ਕਿਤੇ ਵੀ ਲੋਕ ਕਹਿੰਦੇ ਇਕੱਠੇ ਨਹੀਂ ਹੁੰਦੇ? ਇਹ ਨਹੀਂ, ਬਿਲਕੁਲ ਇਕੱਠੇ ਹੁੰਦੇ ਆ। ਕਿਉਂ ਕਹਿੰਦੇ ਆ ਕਿ ਜੇ ਕੋਈ ਸਮਝਾਉਣ ਵਾਲਾ, ਚੰਗੀ ਸੋਚ ਵਾਲਾ, ਪਹਿਲਾਂ ਤਾਂ ਆਰਟਿਸਟ ਹੈ ਜਿਹੜਾ, ਉਹਦੀ ਸੋਚ ਮਾੜੀ ਨਹੀਂ ਹੋ ਸਕਦੀ, ਔਰ ਜਿਹਦੀ ਮਾੜੀ ਸੋਚ ਹੈ ਉਹ ਆਰਟਿਸਟ ਨਹੀਂ ਹੋ ਸਕਦਾ, ਔਰ ਉਹ ਜੁੜ ਵੀ ਨਹੀਂ ਸਕਦਾ। ਜੇ ਕੋਈ ਇਸ ਤਰ੍ਹਾਂ ਦੇ ਹੈ ਜਾਂ ਹੈਗੇ ਨੇ ਜਾਂ ਹੋਏ ਨੇ, ਉਹ ਨਹੀਂ ਜੁੜੇ ਹੋਣਗੇ, ਉਹ ਵੀ ਟਾਵਾਂ ਹੀ ਹੋਏਗਾ ਕੋਈ। ਅਦਰਵਾਈਜ਼ ਚੰਗੀ ਸੋਚ ਆਰਟਿਸਟ ਦੀ ਚੰਗੀ ਸੋਚ ਹੁੰਦੀ ਹੈ, ਕਿਉਂਕਿ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀਆਂ ਫਿਲਮਾਂ ਦੇ ਵਿੱਚ ਕਿਸ ਤਰ੍ਹਾਂ ਵੀ ਚੰਗੇ ਕਿਰਦਾਰ ਕਰਨੇ ਹੁੰਦੇ ਆ, ਕੀਤੇ ਉਹਨੇ। ਜੇ ਚੰਗੇ ਕਿਰਦਾਰ ਤਾਂ ਹੀ ਹੋਣਗੇ ਜੇ ਚੰਗੀ ਸੋਚ ਲੈ ਕੇ ਉਹ ਚੱਲਿਆ ਹੋਏਗਾ। ਤੇ ਬੜੀ ਖੁਸ਼ੀ ਦੀ ਗੱਲ ਹੈ, ਜਿੰਨੇ ਵੀ ਸਾਡੀ ਇਹ ਸੰਸਥਾ ਸ਼ੁਰੂ ਹੋਈ ਹੈ ਇਹ 2018 ਦੇ ਵਿੱਚ, ਔਰ ਇਹ ਪੂਰੀ ਸੰਸਥਾ ਬਣੀ ਹੈ, ਅੱਜ ਵੀ ਦੇਖੋ 2020 ਚੱਲ ਰਿਹਾ ਹੈ, ਔਰ ਕਿੰਨਾ ਹੀ ਕੰਮ ਕੀਤਾ ਇਹਨਾਂ ਨੇ, ਔਰ ਕਰ ਰਹੇ ਅੱਗੇ ਵੀ।
ਅਣੀ ਤਾਂ 13 ਚ ਮਤਲਬ 18 ਚ ਆਪਾਂ ਨੂੰ ਇਹਨੂੰ ਰੀਆਰਗੇਨਾਈਜ਼ ਕੀਤਾ ਆਪਾਂ ਨੇ। ਹਾਂ ਹਾਂ। 18 ਦੇ ਵਿੱਚ ਰੀਆਰਗੇਨਾਈਜ਼ ਕੀਤਾ, ਕਿਉਂਕਿ ਐਕਚੁਅਲੀ ਇਹ ਸ਼ੁਰੂਆਤ ਤਾਂ ਬਹੁਤ ਪੁਰਾਣੀ ਸੀ, ਜੀ ਲੇਕਿਨ ਉਸ ਮੁਕਾਮ ਤੱਕ ਨਹੀਂ ਸੀ ਪਹੁੰਚੀ। ਤੇ ਇਹਦੇ ਵਿੱਚ ਕੁਝ ਚੰਗੇ ਜਿਹਨੂੰ ਕਹਿੰਦੇ ਆ ਵੀ ਇਹ ਆਪਾ ਮਾਰਨਾ ਪੈਂਦਾ ਹੈ, ਉਹਦੇ ਜਿਹੜੇ ਮਾਰਨ ਵਾਸਤੇ ਆਪਾ ਮਾਰਨ ਵਾਲੇ ਬੰਦੇ ਸ਼ਾਮਿਲ ਹੋਏ, ਉਹਨਾਂ ਨੇ ਸੋਚਿਆ ਵੀ ਆਪਾਂ ਇਹ ਕਰੀਏ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜੇ ਤੁਸੀਂ ਚੰਗੀ ਸੋਚ ਲੈ ਕੇ ਚੱਲੋਗੇ ਤਾਂ ਤੁਹਾਨੂੰ ਚੰਗੇ ਬੰਦੇ ਮਿਲਦੇ ਰਹਿਣਗੇ, ਚੰਗੀ ਰਸਤੇ ਮਿਲਦੇ ਰਹਿਣਗੇ, ਤੇ ਤੁਹਾਡੇ ਆਲੇ ਦੁਆਲੇ ਦੇ ਵੀ ਸਾਥ ਦੇਣਗੇ। ਮਾਨ ਸਾਹਿਬ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਫਿਲਮਾਂ ਦੇ ਵਿੱਚ, ਸੀਰੀਅਲ ਦੇ ਵਿੱਚ, ਟੈਲੀਵਿਜ਼ਨ ਬਹੁਤ ਸਾਰੇ ਵੱਖੋ ਵੱਖਰੇ ਕਿਰਦਾਰ ਕੀਤੇ। ਕੋਈ ਇਹੋ ਜਿਹੀ ਇੱਛਾ ਕਿ ਜਿਹੜਾ ਇਹੋ ਜਿਹਾ ਕਿਰਦਾਰ ਮੈਂ ਕਰਨਾ ਚਾਹੁੰਦਾ ਹਾਲੇ ਤਾਂ ਮੈਂ ਕੀਤਾ ਨਾ ਹੋਵੇ? ਆਰਟਿਸਟ ਦੀ ਭੁੱਖ ਤਾਂ ਕਦੇ ਖਤਮ ਨਹੀਂ ਹੁੰਦੀ, ਤਲਾਸ਼ ਵਿੱਚ ਹੈਗਾ ਮੈਂ। ਜਦੋਂ ਵੀ ਕੋਈ ਕਿਰਦਾਰ ਇਹੋ ਜਿਹਾ ਮਿਲਿਆ ਜਿਹਦੇ ਨਾਲ ਮਨ ਨੂੰ ਟੁੰਬੇ ਉਹ ਕਰੈਕਟਰ, ਤੇ ਮੇਰਾ ਖਿਆਲ ਹੈ ਮੈਂ ਖੁਸ਼ ਨਸੀਬ ਹੋਵਾਂਗਾ। ਤੇ ਹੁਣ ਤੱਕ ਕਾਫੀ ਕੀਤਾ ਹੈ, ਕਾਫੀ ਕਿਹਾ ਉਹਨੇ, ਮਾਲਿਕ ਨੇ ਬਹੁਤ ਕਰਾਇਆ ਹੈ। ਹੁਣ ਦੇਖੋ ਕਦ ਤੱਕ ਉਹ ਸੇਵਾ ਤੋਂ ਇਹਨਾਂ ਦੀ ਆਰਟਿਸਟਾਂ ਦੀ ਆਪਣਾ ਦੇ ਨਾਲ ਮਿਲ ਕੇ ਕਿੰਨੀ ਮੈਂ ਸੇਵਾ ਕਰ ਸਕਦਾ ਹਾਂ ਆਮ ਸਮਾਜ ਦੀ। ਕੁਛ ਇਹੋ ਜਿਹੀਆਂ ਫਿਲਮਾਂ ਵੀ ਕਰਨਾ ਚਾਹੁੰਦਾ ਜਿਹਦੇ ਵਿੱਚ ਸਮਾਜ ਨੂੰ ਸੇਧ ਦੇਣ ਵਾਲੀਆਂ ਵੀ ਫਿਲਮਾਂ ਹੋਣ। ਹੋਪ ਫॉर ਦਾ ਬੈਸਟ, ਦੇਖੋ ਕੀ ਹੁੰਦਾ ਹੈ। ਮਾਨ ਸਾਹਿਬ, ਜਦੋਂ ਕੈਰੀਅਰ ਸ਼ੁਰੂ ਕੀਤਾ ਸੀ ਪੰਜਾਬੀ ਸਿਨੇਮੇ ਦੇ ਵਿੱਚ, ਤੁਸੀਂ ਫਿਲਮਾਂ ਡਾਇਰੈਕਟ ਵੀ ਕੀਤੀਆਂ, ਤੁਸੀਂ ਫਿਲਮਾਂ 'ਚ ਹੀਰੋ ਵੀ ਰਹੇ, ਕਰੈਕਟਰ ਰੋਲ ਵੀ ਕੀਤੇ, ਮੇਜਰ ਰੋਲ ਵੀ ਕੀਤੇ, ਸੈਂਟਰ ਆਫ ਦਾ ਪੁਆਇੰਟ ਰੋਲ ਵੀ ਕੀਤੇ। ਸੋ ਉਦੋਂ ਕਦੇ ਮਨ 'ਚ ਸੋਚਿਆ ਸੀ ਵੀ ਸ਼ਿਵਿੰਦਰ ਮਾਹਲ ਇਸ ਰੋਪੜ ਜ਼ਿਲ੍ਹੇ ਦੇ ਬੰਦੇ ਮਾਲਾ ਪਿੰਡ ਤੋਂ ਉੱਠ ਕੇ ਇਸ ਮੁਕਾਮ ਤੇ ਪਹੁੰਚੇ ਆ? ਕਦੇ ਮਨ 'ਚ ਸੋਚੀ ਸੀ ਗੱਲ ਇਹ? ਮੈਂ ਤਾਂ ਨਾ ਪਹਿਲਾਂ ਸੋਚਿਆ ਸੀ, ਨਾ ਮੈਂ ਹੁਣ ਸੋਚ ਰਿਹਾ। ਮੈਂ ਤਾਂ ਅਜੇ ਵੀ ਕਹਿ ਰਿਹਾ ਵੀ ਧਰਤੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ, ਉੱਥੇ ਜੁੜੇ ਹੋਏ ਆ। ਹੁਣ ਅੱਜ ਕੱਲ੍ਹ ਮੈਂ ਆਪਣੇ ਪਿੰਡ ਰਹਿ ਰਿਹਾ, ਪਿੰਡ ਆਪਣੀ ਬਸ ਇੱਕ ਛੋਟੀ ਜਿਹੀ ਕੁਟੀਆ ਬਣਾ ਲਈ ਹੈ, ਇੱਥੇ ਰਹੀਦਾ, ਇੱਥੇ ਦਿਲ ਲੱਗਦਾ ਹੈ। ਪਲਾਂਟ ਲਾਉਂਦਾ ਅਤੇ ਫੁੱਲ ਫਲੇਲ ਜੇ ਵੀ ਲਾ ਲਈਦੇ ਆ, ਅਤੇ ਕੁਝ ਫਰੂਟ ਪਲਾਂਟ ਵੀ ਲਾਏ ਆ, ਕੁਝ ਸਾਗ ਸਬਜ਼ੀਆਂ ਮੌਸਮ ਦੇ ਹਿਸਾਬ ਨਾਲ ਲਾ ਲਈਆਂ। ਦਿਲ ਲੱਗਦਾ ਹੈ, ਜਿੰਨਾ ਕੋਈ ਯਾਦ ਕਰਦਾ ਚਲੇ ਜਾਈਦਾ, ਕੋਈ ਨਹੀਂ ਹੈ ਅਤੇ ਰਹੀਦਾ ਇੱਥੇ ਹੀ। ਆਪਣੇ ਕੋਈ ਆਉਂਦੇ ਮਿੱਤਰ ਪਿਆਰੇ ਮਿਲ ਲਈਦਾ, ਕਿਤੇ ਬੁਲਾ ਲੈਂਦੇ ਤਾਂ ਚਲੇ ਜਾਈਦਾ। ਬਸ ਆਈ ਐਮ ਸੈਟਿਸਫਾਈਡ। ਬਹੁਤ ਕੰਮ ਕਰਾਇਆ, ਬਹੁਤ ਕੰਮ ਕਰਾਇਆ, ਮੈਨੂੰ ਕੋਈ ਗਿਲਾ ਨਹੀਂ ਉੱਪਰ ਵਾਲੇ ਤੋਂ। ਕਈ ਤਾਂ ਕਹਿ ਦਿੰਦੇ ਆ ਮੈਂ ਇਹ ਕਰਨਾ ਸੀ, ਉਹ ਕਰਨਾ ਸੀ, ਮੈਂ ਤਾਂ ਬਹੁਤ ਕੀਤਾ। ਮਲਿਆਲਮ, ਤਾਮਿਲ, ਤੇਲਗੂ, ਇੱਥੇ ਤੱਕ ਕਿ ਹਰਿਆਣਵੀ, ਪੰਜਾਬੀ, ਹਿੰਦੀ ਤੱਕ ਕੀਤੇ ਆ। ਕੋਈ ਰਿਕਾਰਡ ਹੈ ਮਾਨ ਸਾਹਿਬ, ਕਿੰਨੀਆਂ ਫਿਲਮਾਂ ਕੀਤੀਆਂ ਹੁਣ ਤੱਕ? ਮੇਰਾ ਖਿਆਲ ਹੈ 200 ਟੱਪ ਗਿਆ, 250 250 ਦੇ ਨੇੜੇ ਤਾਂ ਹੋ ਹੀ ਗਿਆ ਹੋਣਾ। ਮੈਂ ਸੋਚਦਾ ਇੱਕ ਵਾਰ ਇਹ ਪੂਰਾ ਡਿਟੇਲ ਇਹਦੀ ਬਣਾਵਾਂ ਮੈਂ, ਇਹਦੀ ਸੂਚੀ, ਪਰ ਕਦੇ ਸੋਚਦਾ ਕਿ ਸੂਚੀ ਇਹਦੇ 'ਚ ਨਹੀਂ ਬਣਾਉਣੀ ਚਾਹੀਦੀ। ਇਹ ਤਾਂ ਜਿੰਨਾ ਉਹਨੇ ਕੰਮ ਕਰਾਉਣਾ ਕਰੀ ਜਾਈਦਾ। ਨਹੀਂ, ਪਰ ਫਿਰ ਵੀ ਜ਼ਿੰਦਗੀ ਦੀਆਂ ਜਿਹੜੀਆਂ ਯਾਦਾਂ ਕਿਤੇ ਬਹਿ ਕੇ ਲਿਖੋ, ਕਿਸੇ ਨੂੰ ਰਿਕਾਰਡ ਕਰਾਓ, ਕਿਉਂਕਿ ਉਹ ਇੱਕ ਤੁਸੀਂ ਇੱਕ ਬਹੁਤ ਛੋਟੇ ਪਿੰਡ ਤੋਂ ਉੱਠੇ ਹੋ, ਇੱਕ ਜ਼ਿਮੀਂਦਾਰ ਪਰਿਵਾਰ 'ਚ ਉੱਠ ਕੇ ਇੰਨੀ ਦੂਰ ਤੱਕ ਪਹੁੰਚਣਾ ਮਤਲਬ ਇਹ ਵੱਡੀ ਗੱਲ ਹੈ। ਤੁਸੀਂ ਡਾਕੂਮੈਂਟੇਸ਼ਨ ਜ਼ਰੂਰੀ ਹੈ ਇਹਦੀ, ਇਹਨੂੰ ਬਣਾਓ ਕਿਤੇ ਬਹਿ ਕੇ। ਚਲੋ ਦੇਖੋ, ਇਹ ਵੀ ਉਹੀ ਕਰਵਾਏਗਾ, ਉਹੀ ਸੁਪਰ ਨੈਚੁਰਲ ਪਾਵਰ ਕਰਵਾਏਗੀ, ਉਹੀ ਹਿੰਮਤ ਦੇਗੀ। ਮੈਂ ਤਾਂ ਥੋੜ੍ਹੇ ਦਿਨ ਪਹਿਲਾਂ ਮੈਂ ਤਾਂ ਬਿਮਾਰ ਹੋ ਗਿਆ ਸੀਗਾ, ਸ਼ੁਕਰ ਹੈ ਕਰੋਨੇ ਤੋਂ ਬਚ ਗਿਆ, ਅਦਰਵਾਈਜ਼ ਲੋਕ ਤਾਂ ਕਿੰਨੇ ਕਰੋਨੇ ਦੇ ਸ਼ਿਕਾਰ ਹੋ ਗਏ। ਮੈਨੂੰ ਵੀ ਸਮਝਣ ਲੱਗ ਗਏ ਸੀਗੇ ਕਿ ਵੀ ਕਿਤੇ ਕਰੋਨਾ ਤਾਂ ਨਹੀਂ ਇਹਨੂੰ ਹੋ ਗਿਆ, ਔਰ ਮੈਂ ਵੀ ਡਰੋਂ ਅੰਦਰੋਂ ਅੰਦਰ ਡਰਦਾ ਸੀ, ਪਰ ਬਚ ਗਿਆ। ਗੁਰੂ ਹੈਗਾ, ਠੀਕ ਠਾਕ ਹੈ। ਅਜੇ ਕੁਝ ਵਜ਼ਨ ਹੋਰ ਵਧਾਉਣਾ ਹੈ ਜਿੰਨਾ ਮੇਰਾ ਸੀਗਾ, ਸੋ ਹੋਪ ਫॉर ਦਾ ਬੈਸਟ। ਸ਼ਿਵਿੰਦਰ ਮਾਹਲ ਜੇ ਅੱਜ ਫਿਲਮੀ ਐਕਟਰ ਨਾ ਹੁੰਦਾ, ਫਿਲਮ ਲਾਈਨ 'ਚ ਨਾ ਹੁੰਦਾ, ਤਾਂ ਫਿਰ ਕੀ ਹੁੰਦਾ? ਫਿਰ ਆਰਮੀ ਦੇ ਵਿੱਚ ਜਾਂਦਾ, ਆਰਮੀ 'ਚ ਕਿਸੇ ਲੜਾਈ 'ਚ ਜਾਂ ਤਾਂ ਨਿਕਲ ਗਿਆ ਹੁੰਦਾ ਉੱਪਰ, ਜਾਂ ਫਿਰ ਕਿਸੇ ਅੱਛੇ ਰੈਂਕ ਦੇ ਵਿੱਚ ਰਿਟਾਇਰ ਹੋ ਕੇ ਬੈਠਾ ਹੁੰਦਾ। ਪਰ ਜਿਹੜੀ ਲਾਈਨ ਦੇ ਵਿੱਚ ਹੈਗਾ, ਇਹਦੀ ਰਿਟਾਇਰਮੈਂਟ ਹੈ ਨਹੀਂ। ਇਹ ਤਾਂ ਜਦ ਤੱਕ ਹੈ ਰਿਟਾਇਰਮੈਂਟ ਕਿ ਜਦ ਸਰੀਰ ਜਵਾਬ ਦੇ ਦੇਗਾ, ਅਤੇ ਲੈਣ ਵਾਲੇ ਪ੍ਰੋਡਿਊਸਰ ਡਾਇਰੈਕਟਰ ਉਹ ਜਵਾਬ ਦੇ ਦੇਣਗੇ ਵੀ ਹੁਣ ਇਹ ਸਾਡੇ ਕੰਮ ਦਾ ਨਹੀਂ ਬੰਦਾ ਰਿਹਾ, ਅਤੇ ਇਹਨੂੰ ਹੁਣ ਟੋਟਲ ਫੁੱਲ ਆਰਾਮ ਕਰਨ ਦੀ ਦਈਏ ਵੀ ਤੂੰ ਬਈ ਆਰਾਮ ਕਰ। ਲੇਕਿਨ ਅਜੇ ਹਿੰਮਤ ਹੈ, ਅਜੇ ਕਰਾਂਗੇ, ਜਦ ਤੱਕ ਸੇਵਾ ਹੋ ਸਕੀ ਕੀ ਕਰਾਂਗੇ। ਥੈਂਕ ਯੂ। ਲਾਈਫ ਦੇ ਮਾਲ ਸਾਹਿਬ ਬਹੁਤ ਉਤਰਾਅ ਚੜਾਅ ਦੇਖੇ, ਬਹੁਤ ਤਰੱਕੀਆਂ ਦੇਖੀਆਂ, ਬਹੁਤ ਵੱਡੇ ਪ੍ਰੋਜੈਕਟ, ਸਾਰਾ ਕੁਝ ਦੇਖਣ ਤੋਂ ਬਾਅਦ
ਅੱਜ ਸ਼ਿਵਿੰਦਰ ਮਹਾਲ ਜਿੱਥੇ ਹੈ, ਮਤਲਬ ਜ਼ਿੰਦਗੀ ਦੇ ਜਿਸ ਪੜਾਅ ਦੇ ਉੱਤੇ ਅੱਜ ਕੰਮ ਕਰ ਰਿਹਾ ਹੈ, ਅੱਜ ਜਿੰਨੀਆਂ ਤਰੱਕੀਆਂ ਕਰ ਰਿਹਾ, ਸੈਟੀਸਫਾਈ ਹੈ ਲਾਈਫ ਤੋਂ? ਹਾਂ, ਮੈਂ ਸੈਟੀਸਫਾਈਡ ਹਾਂ। ਮੈਨੂੰ ਤੇ ਕਹਾਵਤ ਹੈ ਵੀ ਕੋਈ ਇਹੋ ਜਿਹੀ ਚੀਜ਼ ਨਹੀਂ ਜਿੱਥੇ ਤੱਕ, ਹਾਂ ਮੈਂ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਕੇ ਪਾਇਆ ਵਾਲੀ ਗੱਲ ਹੈ। ਮੈਂ ਤਾਂ ਇੱਥੇ ਤੱਕ ਸੋਚਿਆ ਨਹੀਂ ਸੀ। ਮੈਂ ਸੋਚਿਆ ਸੀ ਚਲੋ ਠੀਕ ਹੈ, 2 ਡੰਗ ਦੀ ਰੋਟੀ ਵੀ ਖਾ ਲਾਂਗੇ ਇੱਜ਼ਤ ਮਾਣ ਦੇ ਨਾਲ। ਉਹ 3 ਡੰਗ ਦੀ ਰੋਟੀ ਦੇ ਰਿਹਾ ਹੈ ਅੱਛੀ, ਤੇ ਨਾਲ ਮਿੱਤਰ ਗਣਾਂ ਦਾ, ਜਿੰਨੇ ਮਿੱਤਰ ਪਿਆਰੇ ਨੇ ਉਹਨਾਂ ਦਾ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ, ਤੇ ਆਪਾਂ ਵੀ ਪਿਆਰ ਵੰਡ ਰਹੇ ਹਾਂ। ਤੇ ਦੇਖੋ ਬਾਕੀ ਕਾਰਵਾਂ ਚੱਲ ਰਿਹਾ ਹੈ। ਮਾਨ ਸਾਹਿਬ ਲੰਬੇ ਸਮੇਂ ਤੋਂ ਕੰਮ ਕੀਤਾ ਹੈ, ਜਦੋਂ ਤੁਹਾਡੇ ਨਾਲ ਦੇ ਜਿਹੜੇ ਕਲਾਕਾਰ ਸਨ, ਜਿਨ੍ਹਾਂ ਵਿੱਚ ਅੱਜ ਮਸ਼ਹੂਰ ਵੀ ਲੋਕ ਨੇ, ਅੱਜ ਵੀ ਕੰਮ ਕਰਦੇ ਹੋ, ਤੁਸੀਂ ਵੀ ਕਰਦੇ ਹੋ, ਉਹ ਵੀ ਕਰਦੇ ਨੇ, ਸਰਦਾਰ ਯੋਗਰਾਜ ਸਿੰਘ ਜੀ ਹੋ ਗਏ ਜਾਂ ਗੁੱਗੂ ਗਿੱਲ ਜੀ ਹੋ ਗਏ ਜਾਂ ਹੋਰ ਬਹੁਤ ਸਾਰੇ ਕਲਾਕਾਰ ਨੇ। ਜਦੋਂ ਕਿਤੇ ਪੁਰਾਣੇ ਬੰਦੇ ਇਕੱਠੇ ਹੁੰਦੇ, ਪੁਰਾਣੀ ਯਾਦਾਂ ਤਾਜ਼ਾ ਹੁੰਦੀਆਂ ਨੇ ਫਿਰ? ਬਿਲਕੁਲ ਹੁੰਦੀਆਂ। ਗੁੱਗੂ ਦੂਰ ਰਹਿੰਦਾ ਹੈ, ਮਾਣੀ ਖੇੜੇ ਉਹਦਾ ਇੱਥੇ ਆਉਣਾ ਜਾਣਾ, ਕਿਸੇ ਖਾਸ ਕੋਈ ਫੰਕਸ਼ਨ ਹੁੰਦਾ ਹੈ ਜਾਂ ਉਹਨੂੰ ਬੁਲਾਉਂਦੇ ਆ, ਆ ਜਾਂਦਾ, ਉਦੋਂ ਜ਼ਰੂਰ ਅਸੀਂ ਗੱਲ ਕਰਦੇ ਹਾਂ। ਵੈਸੇ ਯੋਗਰਾਜ ਨਾਲ ਤਾਂ ਅਕਸਰ ਹੁੰਦੀ ਹੈ, ਤੇ ਉਹ ਫੋਨ ਤੇ ਵੀ ਗੱਲਾਂ ਬਾਤਾਂ ਹੁੰਦੀ ਰਹਿੰਦੀਆਂ, ਵੈਸੇ ਵੀ ਮਿਲਦੇ ਰਹਿੰਦੇ ਆ, ਤੇ ਉਹ ਆਪ ਹੀ ਛੇੜ ਲੈਂਦਾ ਪੁਰਾਣੀਆਂ ਗੱਲਾਂ। ਯੋਗ ਦੇ ਨਾਲ ਸਾਡਾ ਬਹੁਤ ਹੀ ਸੀਗਾ, ਬਹੁਤ ਹੀ। ਅੱਜ ਤਾਂ ਉਹ ਕਿਸਾਨਾਂ ਵਾਸਤੇ ਮਾਰਨ ਨੂੰ ਤੁਰਿਆ ਹੋਇਆ, ਤੇ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ। ਮੈਂ ਕਿਹਾ ਤੂੰ ਇਸ ਤਰ੍ਹਾਂ ਹੀ ਭਾਈ ਫੱਟੇ ਚੱਕੀ ਜਾ, ਤੇ ਵਧੀਆ ਗੱਲ ਹੈ, ਅਸੀਂ ਤੇਰੇ ਨਾਲ ਹਾਂ। ਆ ਪਿੱਛੇ ਇੱਕ ਫੰਕਸ਼ਨ ਦੇ ਉੱਤੇ ਅਸੀਂ ਮਿਲੇ, ਇਕੱਠੇ ਹੋਏ, ਤੇ ਫਿਰ ਅਸੀਂ ਕਿਸੇ ਟੌਪਿਕ 'ਤੇ ਬੈਠ ਕੇ ਗੱਲਾਂ ਕੀਤੀਆਂ। ਬੜਾ ਹਾਸਾ ਆਉਂਦਾ ਹੈ, ਕਿਉਂਕਿ ਜਵਾਨੀ ਦੇ ਟਾਈਮ ਦੀਆਂ ਗੱਲਾਂ ਕੁਛ ਇਸ ਤਰ੍ਹਾਂ ਹੁੰਦੀਆਂ। ਹੁਣ ਉਹ ਤਾਂ ਅੱਜ ਪੂਰਾ ਬਾਬਾ ਜੀ ਬਣਿਆ ਹੋਇਆ ਟੋਟਲ, ਤੇ ਉਹ ਤਾਂ ਮੈਂ ਕਿਹਾ ਭਾਈ ਕਿਤੇ ਬੈਠ ਨਾ ਜਾਈਂ ਤੂੰ ਹੈ ਧੂਣੀ ਲਾ ਕੇ। ਪਰ ਉਹ ਵਧੀਆ ਕੰਮ ਕਰ ਰਿਹਾ, ਪਰਮਾਤਮਾ ਕਰੇ ਉਹਨੂੰ ਤੰਦਰੁਸਤੀ ਦੇਵੇ, ਇਸ ਤਰ੍ਹਾਂ ਹੀ ਕੰਮ ਕਰਦਾ ਰਹੇ। ਔਰ ਵਿਜੇ ਟੰਡਨ ਜੀ ਹੈ, ਉਹ ਮੇਰੇ ਬੰਬੇ ਦੇ ਪਹਿਲੇ ਮਿੱਤਰ ਨੇ। ਐਵੇਂ ਕਹਾਂ ਕਿ ਪਹਿਲੀ ਵਾਰ ਮੇਰੀ ਅਗਰ ਮੁਲਾਕਾਤ ਹੋਈ ਵਿਜੇ ਟੰਡਨ ਨਾਲ ਹੋਈ ਹੈ, ਹੁਣ ਵੀ ਮਿਲਦਾ ਰਹਿੰਦਾ, 1-2 ਫਿਲਮਾਂ 'ਚ ਅਸੀਂ ਇਕੱਠੇ ਵੀ ਕੰਮ ਕਰ ਰਹੇ ਹਾਂ। ਸੋ ਮੇਰੇ ਸੀਨੀਅਰ ਮੋਸਟ ਉਹ ਨੇ। ਉਸ ਤੋਂ ਬਾਅਦ ਮਾਲਿਕ ਨੇ ਮੇਰੇ ਤੋਂ ਕੰਮ ਕਰਵਾਇਆ, ਤੇ ਹੀ ਕਹਾਂਗਾ। ਤੇ ਨਿਰਮਲ ਰਿਸ਼ੀ ਜੀ ਹੈ, ਉਹ ਵੀ ਸਾਡੇ ਵੱਡੇ ਭੈਣ ਜੀ, ਅਸੀਂ ਵੀ ਉਹਨਾਂ ਨੂੰ ਕਰਕੇ ਸੱਦਦੇ ਹਾਂ, ਤੇ ਅੱਜ ਉਹ ਵੀ ਸਾਡੇ ਬਹੁਤ ਹੀ ਸੀਨੀਅਰ ਨੇ, ਬਹੁਤ ਹੀ ਰਿਸਪੈਕਟਡ ਨੇ। ਪਰਮਾਤਮਾ ਉਹਨਾਂ ਨੂੰ ਵੀ ਤੰਦਰੁਸਤੀ ਔਰ ਲੰਬੀ ਉਮਰ ਦੇਵੇ। ਮਾਲ ਸਾਹਿਬ, ਜਦੋਂ ਸਿਨੇਮੇ 'ਚ ਤੁਸੀਂ ਸ਼ੁਰੂਆਤ ਕੀਤੀ, ਉਹ ਸਮਾਂ ਉਹ ਸੀ ਕਿ ਸਾਲ ਦੇ ਵਿੱਚ ਪਹਿਲਾਂ ਕਈ ਵਾਰ 2 ਫਿਲਮਾਂ ਬਣਦੀਆਂ ਸੀ, 4 ਫਿਲਮਾਂ ਬਣਦੀਆਂ ਸੀ, ਜਾਂ 5 ਫਿਲਮਾਂ ਬਣਦੀਆਂ ਸੀ, ਬਹੁਤ ਕਈ ਵਾਰ ਤਾਂ ਇੱਕ ਵੀ ਨਹੀਂ ਸੀ ਬਣਦੀ। ਅੱਛਾ। ਹਾਂ ਹਾਂ। ਸੋ ਅੱਜ ਜਦੋਂ ਸਾਡੀਆਂ ਫਿਲਮਾਂ ਬਹੁਤ ਬਣ ਰਹੀਆਂ ਨੇ ਤੇ ਪੂਰੀ ਵਰਲਡ ਦੇ ਵਿੱਚ ਰਿਲੀਜ਼ ਹੋ ਰਹੀਆਂ, ਇੱਥੇ ਪੰਜਾਬੀ ਰਹਿੰਦੇ ਨੇ, ਬਾਹਰਲੇ ਮੁਲਕਾਂ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀਆਂ ਨੇ, ਉਦੋਂ ਕਿਤੇ 5 ਪ੍ਰਿੰਟ ਰਿਲੀਜ਼ ਹੋਏ, ਕਿਤੇ 7 ਪ੍ਰਿੰਟ, ਕਿਤੇ 10 ਪ੍ਰਿੰਟ। ਸੋ ਇਹ ਜਿਹੜੀ ਤਰੱਕੀ ਹੈ, ਸਿਨੇਮੇ ਵੱਧ ਲੋਕਾਂ ਤੱਕ ਪਹੁੰਚਿਆ ਹੈ, ਇਹਦੀ ਤੁਹਾਨੂੰ ਕਿਵੇਂ ਲੱਗਦਾ, ਕੀ ਪ੍ਰਾਊਡ ਫੀਲ ਕਰਦੇ ਹੋ ਤੁਸੀਂ? ਇਸ ਵਾਰ ਮੈਂ ਤਾਂ ਇਹੀ ਕਹਾਂਗਾ ਕਿ ਪਤਾ ਨਹੀਂ ਕਿੰਨੇ ਹਜ਼ਾਰਾਂ ਨੂੰ ਤਾਂ ਕੰਮ ਮਿਲਿਆ ਹੈ, ਉਹਨਾਂ ਦਾ ਰੁਜ਼ਗਾਰ ਚੱਲਿਆ ਹੈ ਕਿ ਨਹੀਂ। ਹੋਰ ਜਿਵੇਂ ਹੋਰ ਟ੍ਰੇਡ ਦੇ ਵਿੱਚ ਜਿਨ੍ਹਾਂ ਨੂੰ ਕੰਮ ਮਿਲਦਾ, ਇਹਦੇ ਵਿੱਚ ਟੈਕਨੀਸ਼ੀਅਨ ਜੁੜੇ ਹੋਏ ਹੈ, ਆਰਟਿਸਟ ਹੈ। ਔਰ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਮੈਨੂੰ ਇਹ ਹੋਈ ਹੈ, ਜਿਹੜਾ ਮੈਂ ਅਕਸਰ ਬੋਲਦਾ ਹੁੰਦਾ ਸੀ, ਕਿ ਸਾਡੇ ਥੀਏਟਰ ਨੂੰ ਕੰਮ ਮਿਲਿਆ। ਸਾਡਾ ਜਿਹੜਾ ਥੀਏਟਰ ਸੀਗਾ, ਉਹਨਾਂ ਨੂੰ ਫਿਲਮਾਂ ਵਾਲੇ ਨਹੀਂ ਸੀ ਲੈਂਦੇ ਹੁੰਦੇ, ਮੋਸਟਲੀ ਬੰਬੇ ਤੋਂ ਬੁਲਾਉਂਦੇ ਹੁੰਦੇ ਸੀ ਆਰਟਿਸਟਾਂ ਨੂੰ। ਪਰ ਸਾਡੇ ਕੁਛ ਆਪਣੇ ਜਿੰਨੇ ਨਿਰਮਾਤਾ ਨਿਰਦੇਸ਼ਕ ਸੀਗੇ, ਉਹ ਸ਼ੁਰੂ 'ਚ ਛੋਟੇ ਰੋਲ ਵਾਸਤੇ ਇੱਥੇ ਦੇ ਆਰਟਿਸਟਾਂ ਨੂੰ ਬੁਲਾਉਂਦੇ ਨੇ। ਜਦ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਤਾਂ ਕਲਾਕਾਰ ਇੱਕ ਤੋਂ ਇੱਕ ਪਿਆ ਹੋਇਆ, ਤੇ ਫਿਰ ਉਹਨਾਂ ਨੇ ਤਕਰੀਬਨ ਕੋਈ ਟਾਵਾਂ ਹੀ ਬੰਬੇ ਤੋਂ ਬੁਲਾਉਂਦੇ ਆ, ਜਾਂ ਉੱਥੇ ਦਾ ਕੋਈ ਕੈਮਰਾਮੈਨ ਆ ਗਿਆ ਜਾਂ ਹੋਰ ਟੈਕਨੀਸ਼ੀਅਨ। ਅਦਰਵਾਈਜ਼ ਸਾਰੇ ਆਰਟਿਸਟ ਇਸ ਆਪਣਾ ਪੰਜਾਬ ਤੋਂ ਹੀ ਸਾਰੇ ਆਰਟਿਸਟ ਲਏ ਜਾਂਦੇ ਨੇ। ਔਰ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ, ਔਰ ਮੈਂ ਪ੍ਰਾਊਡ ਮਹਿਸੂਸ ਕਰਦਾ। ਤੇ ਜੇ ਜ਼ਿਆਦਾ ਨਹੀਂ ਤਾਂ ਕਿੰਨੇ ਸਾਲਾਂ ਤੋਂ ਤਾਂ 100 ਵੀ ਫਿਲਮਾਂ ਅਨਾਉਂਸ ਹੋਈਆਂ ਜੀ, ਜਿਹਦੇ ਵਿੱਚ 50 ਰਿਲੀਜ਼ ਵੀ ਹੋਈਆਂ ਜੀ। ਉਹ ਗੱਲ ਅਲੱਗ ਹੈਗੀ ਹੈ ਕਿ ਉਹਨਾਂ ਵਿੱਚੋਂ ਜੇ ਹਿੱਟ ਹੋਈਆਂ ਹੈ, ਤੇ ਵੈਸੇ ਤਾਂ ਹਿੱਟ ਜਿਹੜੀ ਸੁਪਰ ਹਿੱਟ ਹੁੰਦੀ ਹੈ ਉਹ 5-7 ਹੀ ਹੁੰਦੀਆਂ ਉਂਗਲਾਂ 'ਤੇ ਗਿਣੀਆਂ ਜਾਂਦੀਆਂ। ਜੀ। ਲੇਕਿਨ ਬਾਕੀ ਨੇ
ਆਪਣੇ ਪੈਸੇ ਕਵਰ ਕਰ ਲੈਂਦੀਆਂ ਸੀ। ਕੁਝ ਇੱਕ ਨੈਚੁਰਲੀ ਜਿਨ੍ਹਾਂ ਨੇ ਪੈਸਾ ਪੂਰਾ ਨਹੀਂ ਕੀਤਾ, ਇਹੋ ਜਿਹੀਆਂ ਵੀ ਹੁੰਦੀਆਂ। ਲੇਕਿਨ ਦੁੱਖ ਨਾਲ ਮੈਨੂੰ ਇੱਕ ਕਹਿਣਾ ਪੈ ਰਿਹਾ ਕਿ ਸਾਡੇ ਜਿੰਨੇ ਵੀ ਪ੍ਰੋਡਿਊਸਰ ਹੈਗੇ ਨੇ, ਜੇ ਮਿਲ ਜੁਲ ਕੇ ਫਿਲਮਾਂ ਰਿਲੀਜ਼ ਕਰਨ ਕਿ ਹਫਤੇ ਦੇ ਵਿੱਚ ਇੱਕ ਫਿਲਮ ਕਰਨ ਰਿਲੀਜ਼। ਹੁਣ ਕਈ ਵਾਰ 3-3 ਫਿਲਮਾਂ ਵੀ ਕੀਤੀਆਂ, 2-2 ਵੀ ਅਕਸਰ ਹੁੰਦੀਆਂ ਰਹੀਆਂ। ਉਹਦੇ ਨਾਲ ਦਰਸ਼ਕ ਤਾਂ ਉਹੀ ਹੈ, ਗਿਣੀ ਚੁਣੀ ਦੇ ਜਿੰਨੇ ਵੀ ਹੈਗੇ। ਫਿਲਮਾਂ ਤਾਂ ਹੈਗੀ ਆ, ਇੱਕ ਤਾਂ ਪਹਿਲੀ ਸੀਗੀ ਦਿਲ ਹੋਣਾ ਚਾਹੀਦਾ ਜਵਾਨ, ਉਹ ਕਿਸੇ ਵਜ੍ਹਾ ਤੋਂ ਅਜੇ ਲੇਟ ਹੋ ਗਈ ਹੈ। ਤੇ ਫਿਰ ਉਪਾਸਨਾ ਸਿੰਘ ਨੇ ਬਣਾਈ ਹੈ ਫਿਲਮ ਆਪਣੇ ਬੇਟੇ ਨੂੰ ਲੈ ਕੇ, ਨਾਨਕ ਉਹਦਾ ਨਾਂ ਹੈ, ਬੜੀ ਸੋਹਣੀ ਫਿਲਮ ਬਣਾਈ ਹੈ। ਤੇ ਯਾਰਾਂ ਦੀਆਂ ਪੌ 12, ਔਰ ਫਿਰ ਮੁਕੱਦਰ ਹੈ ਫਿਲਮ, ਫਿਰ ਹੈ 5-4 ਫਿਲਮਾਂ ਹੈਗੀਆਂ। ਤੇ ਮੁਕੇਸ਼ ਰਿਸ਼ੀ ਵੀ ਫਿਲਮ ਬਣਾ ਰਿਹਾ, ਇੱਕ ਆਪਣੇ ਬੇਟੇ ਨੂੰ ਲੈ ਕੇ ਲਾਂਚ ਕੀਤਾ ਉਹਨੇ, ਨਿਡਰ। ਤੇ ਇੱਕ ਅਸੀਂ ਇੰਗਲੈਂਡ ਕਰਕੇ ਆਏ ਹਾਂ ਫਿਲਮ, ਸਹੀ ਉਹ ਨਹੀਂ ਹੈ। 4-5 ਫਿਲਮਾਂ ਹੈਗੀਆਂ ਨੇ, ਠੀਕ ਹੈ। ਔਰ ਜਿਵੇਂ ਟਾਈਮ ਮਿਲਿਆ ਰਿਲੀਜ਼ ਹੋਣਗੀਆਂ। ਅਜੇ ਤਾਂ ਵੈਸੇ ਹੀ ਸਿਨੇਮੇ ਬੰਦ ਹੈ, ਜਦੋਂ ਸਿਨੇਮੇ ਖੁੱਲ੍ਹਣਗੇ ਤਾਂ ਇਹ ਵੀ ਇੱਕ ਇੱਕ ਕਰਕੇ ਰਿਲੀਜ਼ ਕਰਨਗੇ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਮਾਂ ਦਿੱਤਾ। ਥੈਂਕ ਯੂ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਵੈਰੀ ਮਚ। ਮਿਹਰਬਾਨੀ, ਸ਼ੁਕਰੀਆ।